ਜੇ ਮੈਂ ਝੂਠ ਬੋਲਾਂ ਤਾਂ ਕਿਸਾਨ ਨਾਲ ਗੁਨਾਹ ਕਰ ਰਿਹਾ, ਜੇ ਸੱਚ ਬੋਲਾਂ ਤਾਂ ਕਿਸਾਨ ਹੀ ਗਾਲਾਂ ਕੱਢ ਰਿਹਾ। ਠੀਕ ਹੈ, ਮੇਰਾ ਜੇ ਕਤਲ ਕਰਕੇ ਮੇਰੀ ਜਾਨ ਲੈ ਕੇ ਕਿਸਾਨ ਦਾ ਭਲਾ ਹੁੰਦਾ ਹੋਵੇ ਤਾਂ ਮੈਂ ਉਹਦੇ ਲਈ ਵੀ ਤਿਆਰ ਹਾਂ। ਮੈਨੂੰ ਦੱਸ ਦੇਣ ਕਿਸਾਨ ਨਹੀਂ ਵਾਪਸ ਲੈਣ ਲਈ ਤਿਆਰ ਹੋ। ਵਾਪਸ ਕੀ ਲੈਣਾ, ਉਹ ਤਾਂ ਬਣਿਆ ਹੀ ਨਹੀਂ ਅਜੇ, ਉਸ ਦਾ ਵੀ ਖਦਸ਼ਾ ਜ਼ਾਹਿਰ ਕਰਦੇ ਸੀ। ਜੇ ਆਹ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ ਇਹ ਕਾਨੂੰਨ ਬਣਵਾ ਲੈਣਗੀਆਂ ਤਾਂ ਪੰਜਾਬ 'ਚ ਸਿਰਫ 6% ਖਰੀਦ ਹੋਊ। ਸਰਕਾਰ 78 ਮਿਲੀਅਨ ਦੀ ਕਰ ਸਕਦੀ ਹੈ, ਉਸ ਤੋਂ ਜ਼ਿਆਦਾ ਨਹੀਂ ਕਰ ਸਕਦੀ। ਜੇ ਰਹੂਗਾ ਪੰਜਾਬ, ਲਓ ਪੰਜਾਬ ਤਾਂ ਕਿਸਾਨ ਆਤਮ ਹੱਤਿਆ ਕਰਨ ਲੱਗ ਜੂਗਾ, ਔਰ ਕੱਲ ਨੂੰ ਇਹ ਜਿਹੜੇ ਜਥੇਬੰਦੀਆਂ ਵਾਲੇ ਨਾ ਇਹਨਾਂ ਦੇ ਕਿਸਾਨ ਪੱਥਰ ਮਾਰਿਆ ਕਰੂਗਾ, ਇਹਨਾਂ ਨੂੰ ਲੱਭਿਆ ਕਰੂਗਾ ਲੱਭ ਲਓ ਕਿੱਥੇ ਹੈ। ਜਿਵੇਂ ਅੱਜ ਸਾਨੂੰ ਗਾਲਾਂ ਪੈਂਦੀਆਂ ਨੇ ਨਾ, ਉਹ ਗਾਲਾਂ ਉਹ ਤੋਂ 10,000 ਗੁਣਾ ਜ਼ਿਆਦਾ ਇਹਨਾਂ ਨੂੰ ਪੈਣੀਆਂ ਨੇ ਜੇ ਇਹੋ ਜਿਹੇ ਕੰਮ ਕਰਨਗੇ। ਕੀ ਮੰਨਿਆ ਸਰਕਾਰ ਨੇ ਕਿਹਾ ਤੁਹਾਡੇ ਖਾਤਿਆਂ 'ਚ ਨਹੀਂ ਜਾਏਗੀ ਸਬਸਿਡੀ, ਤੁਹਾਨੂੰ ਬਿੱਲ ਨਹੀਂ ਭਰਨਾ ਪਏਗਾ, ਬਸ ਗੱਲ ਖਤਮ। ਇੰਨਾ ਹੀ ਸੀ ਉਹਦੇ 'ਚ, ਹੋਰ ਕੁਝ ਨਹੀਂ ਸੀ। ਰੱਖਣਾ ਕਿਉਂ ਹੈ ਜੇ ਕਾਨੂੰਨ 'ਚ ਕੁਝ ਰਹਿ ਨਹੀਂ ਗਿਆ, ਫਿਰ ਰੱਖਣਾ ਕਿਉਂ? ਕਾਨੂੰਨ ਤਾਂ ਬਣਨੇ ਹੀ ਹੁੰਦੇ ਆ, ਹਰ ਵਰਗ ਲਈ ਬਣਦੇ ਆ। ਜਦੋਂ ਉਹਨਾਂ ਨੂੰ ਕਹਤਾ ਆਪਣੀ ਮਰਜ਼ੀ ਮੁਤਾਬਕ ਬਣਾ ਲਓ ਤੇ ਫਿਰ ਕਾਹਦੀ ਗੱਲ ਰਹਿ ਗਈ, ਕਾਹਦੀ ਜਿਹੜੀ ਰਹਿ ਗਈ। ਆਹ ਕਾਨੂੰਨ ਬਣਿਆ ਹੋਇਆ, ਤੁਹਾਨੂੰ ਦਿੱਤਾ ਕਿ ਭਾਈ ਇਹਦੇ ਜੋ ਮਰਜ਼ੀ ਭਰ ਲਓ, ਫਿਰ ਤੁਸੀਂ ਰੱਦ ਕਰਨ ਦੀ ਗੱਲ ਕਿਉਂ ਕਰਦੇ ਹੋ? ਚਾਹੁੰਦੇ ਹੀ ਨੇ ਕਿ ਰੱਦ ਹੋ ਜਾਣ, ਤੁਸੀਂ ਕਿਉਂ ਇਸੇ ਗੱਲ ਤੇ? ਕਮਲਿਆਂ ਵਾਲੀ ਗੱਲ ਸਦਾਈਆਂ ਵਾਲੀ ਤੁਸੀਂ ਕਰੀ ਜਾਂਦੇ ਹੋ। ਇਹ ਕੋਈ ਚੈਨਲ ਵਾਲੀ ਗੱਲ ਕਰੋ। ਜਦੋਂ ਕਹਿਤਾ ਕਿ ਭਾਈ ਆਹ ਕਾਨੂੰਨ ਆ ਤੁਹਾਨੂੰ ਦੇ ਦਿੰਦੇ, ਤੁਸੀਂ ਕਿਸਾਨਾਂ ਕੋਲ ਜਾਓ, ਆਪਣੇ ਆਪ ਉਹਦੇ 'ਚ ਭਰ ਲਿਓ, ਕਿੱਥੇ ਰਹਿ ਕੀ ਗਿਆ ਫਿਰ? ਕਾਨੂੰਨ ਕਿੱਥੇ ਰਹਿ ਗਿਆ? ਹੀ ਰਹਿ ਗਿਆ ਫਿਰ। ਲਓ ਜੀ, ਨਾਮ ਵੀ ਨਹੀਂ ਰਿਹਾ। ਕਿਹਾ ਇਹ ਵੀ ਸਾਨੂੰ ਇਸ ਦੇ ਵਿੱਚ ਦੱਸਿਆ ਨਹੀਂ ਗਿਆ ਹੈਗਾ। ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਨਾਲ 8 ਦਸੰਬਰ ਨੂੰ ਮੁਲਾਕਾਤ ਹੋ ਚੁੱਕੀ ਹੈ, ਤਾਂ ਹੁਣ ਸਾਡੀ ਮੁਲਾਕਾਤ ਕਿਹਦੇ ਨਾਲ ਹੋਊਗੀ ਇਹ ਕੋਈ ਕਲੀਅਰ ਨਹੀਂ ਦੱਸਿਆ ਗਿਆ ਇਸ ਚਿੱਠੀ ਦੇ। ਉਹ 10 ਦਿਨ ਕਿਹਦੇ ਨਾਲ ਕਰਨਾ ਚਾਹੁੰਦੇ ਆ? ਉਹਨਾਂ ਨੇ ਪ੍ਰਧਾਨ ਮੰਤਰੀ ਨਾਲ ਕਰਾਓ ਸਾਡੀ ਗੱਲ। ਪ੍ਰਧਾਨ ਮੰਤਰੀ ਤੋਂ ਕਦੇ ਟਾਈਮ ਮੰਗਿਆ ਉਹਨਾਂ ਨੇ ਮਿਲਣ ਦਾ? ਪ੍ਰਧਾਨ ਮੰਤਰੀ ਕੋਲ ਤਾਂ ਜਾਈਦਾ ਹੁੰਦਾ ਜਦੋਂ ਸਾਰੀ ਗੱਲ ਨਿਪਟਾ ਕੇ ਜਾਈਏ। ਤੁਸੀਂ ਕਹਿੰਦੇ ਹੋ ਕਿ ਅਮੈਂਡਮੈਂਟ ਨਾਲ ਤੇ ਕਿਸਾਨ ਮੰਨ ਜਾਣ। ਯਾਰ ਅਮੈਂਡਮੈਂਟ ਕਿੱਥੇ ਰਹਿ ਗਈ? ਅਸੀਂ ਤਾਂ ਕਹਿੰਦੇ ਕਾਨੂੰਨ ਹੀ ਤੁਸੀਂ ਬਣਾ ਲਓ, ਤੇ ਉਹਦੇ 'ਚ ਕੀ ਅਮੈਂਡਮੈਂਟ ਰਹੀ ਹੀ ਨਹੀਂ। ਜਾਂ ਅਸੀਂ ਜਵਾਨੀ ਤੇ ਵਿਸ਼ਵਾਸ ਨਹੀਂ ਕਰਦੇ। ਕਾਨੂੰਨ। ਵੀਰ ਸਿੰਘ ਰਾਣਾ, ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ, ਠੰਡ ਵੱਧ ਰਹੀ ਹੈ, ਲਗਾਤਾਰ ਅੰਦੋਲਨ ਵੀ ਤੇਜ਼ ਹੋ ਰਿਹਾ ਹੈ। ਨਵੇਂ ਜਿਹੜੇ ਪੈਂਤੜੇ ਨੇ, ਨਵੀਂ ਰੂਪਰੇਖਾ ਇਸ ਅੰਦੋਲਨ ਦੀ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੇ ਵੱਲੋਂ ਇੱਕ ਵਾਰ ਫੇਰ ਸੱਦਾ ਭੇਜਿਆ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਖੁਦ ਦੱਸਣ ਕਿ ਕਦੋਂ ਮੀਟਿੰਗ ਕਰਨੀ ਹੈ, ਤੇ ਇਹ ਵੀ ਪੁੱਛਿਆ ਗਿਆ ਹੈ ਕਿ ਜਿਹੜਾ ਪ੍ਰਸਤਾਵ ਰੱਦ ਕੀਤਾ ਗਿਆ ਸੀ ਉਹਦੇ ਵੱਡੇ ਕਾਰਨ ਕੀ ਨੇ। ਇਸ ਵੇਲੇ ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਨੇ, ਭਾਜਪਾ ਦੇ ਸੀਨੀਅਰ ਆਗੂ ਨੇ, ਤੇ ਜਿੰਨੇ ਦਿਨ ਤੋਂ ਇਹ ਅੰਦੋਲਨ ਚੱਲ ਰਿਹਾ ਲਗਾਤਾਰ ਸਰਗਰਮ ਵੀ ਨੇ ਕਿ ਇਸ ਗੱਲ ਦਾ ਕੋਈ ਹੱਲ ਨਿਕਲ ਸਕੇ। ਗਰੇਵਾਲ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਧੰਨਵਾਦ। ਗਰੇਵਾਲ ਸਾਹਿਬ, ਬਾਰ-ਬਾਰ ਸਵਾਲ ਸਾਰੇ ਇੱਕੋ ਹੀ ਪੁੱਛਦੇ ਨੇ ਕਿ ਖੇਤੀ ਕਾਨੂੰਨ ਕਦੋਂ ਰੱਦ ਹੋਣਗੇ, ਕਿਵੇਂ ਰੱਦ ਹੋਣਗੇ? ਦੇਖੋ, ਗੱਲ ਇੱਦਾਂ ਕਿ ਇਹਨਾਂ ਨੇ ਪਹਿਲਾਂ ਕਿਸਾਨ ਆਗੂਆਂ ਨੇ 5 ਖਦਸ਼ੇ ਜ਼ਾਹਿਰ ਕੀਤੇ ਸੀ, ਉਹ ਲਿਖ ਕੇ ਵੀ ਦਿੱਤੇ ਸੀ, ਉਹ ਸਰਕਾਰ ਨੇ ਸਾਰੇ ਹੀ ਮੰਨ ਲਏ। ਇਹਨਾਂ ਨੇ ਕਿਹਾ ਕਿ ਸਾਡੇ ਤੇ ਜਿਹੜਾ ਇਲੈਕਟ੍ਰਿਸਿਟੀ ਐਕਟ ਅਜੇ ਤੱਕ ਆਇਆ ਨਹੀਂ, ਉਹ ਕਿਸਾਨ ਨੂੰ ਪ੍ਰਭਾਵਿਤ ਨਾ ਕਰੇ, ਕਿਸਾਨ ਦੇ ਖਾਤੇ 'ਚ ਸਬਸਿਡੀ ਨਾ ਜਾਵੇ ਤੇ ਉਹਨੂੰ ਬਿੱਲ ਨਾ ਭਰਨਾ ਪਵੇ। ਸਰਕਾਰ ਨੇ ਕਿਹਾ ਬਿਲਕੁਲ ਠੀਕ ਹੈ, ਨਹੀਂ ਹੋਏਗਾ। ਵਾਪਸ ਲੈਣ ਲਈ ਤਿਆਰ ਹੋ ਗਏ। ਵਾਪਸ ਕੀ ਲੈਣਾ, ਉਹ ਤਾਂ ਬਣਿਆ ਹੀ ਨਹੀਂ ਅਜੇ, ਉਸ ਦਾ ਵੀ ਖਦਸ਼ਾ ਜ਼ਾਹਿਰ ਕਰਦੇ ਸੀ, ਉਹ ਮੰਨ ਲਿਆ ਸਰਕਾਰ ਨੇ। ਕੀ ਮੰਨਿਆ ਸਰਕਾਰ ਨੇ? ਸਰਕਾਰ ਨੇ ਕਿਹਾ ਤੁਹਾਡੇ ਖਾਤਿਆਂ 'ਚ ਨਹੀਂ ਜਾਏਗੀ ਸਬਸਿਡੀ, ਤੁਹਾਨੂੰ ਬਿੱਲ ਨਹੀਂ ਭਰਨਾ ਪਏਗਾ, ਬਸ ਗੱਲ ਖਤਮ। ਇੰਨਾ ਹੀ ਸੀ ਉਹਦੇ 'ਚ, ਹੋਰ ਕੁਝ ਨਹੀਂ ਸੀ। ਠੀਕ ਹੈ। ਔਰ ਉਸ ਤੋਂ ਬਾਅਦ ਦੂਸਰਾ ਇਹਨਾਂ ਦਾ ਖਦਸ਼ਾ ਇਹ ਸੀਗਾ ਕਿ ਬਈ ਜਿਹੜਾ ਪਰਾਲੀ ਦਾ ਸਟਬਲ ਬਰਨਿੰਗ ਤੇ ਇਹਦੇ ਤੇ ਜਿਹੜਾ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ, ਉਹ ਕਿਸਾਨ ਤੇ ਨਹੀਂ ਹੋਣੀ ਚਾਹੀਦੀ। ਇਹ ਸਰਕਾਰ ਨੇ ਕਿਹਾ ਵੀ ਠੀਕ ਹੈ, ਉਹ ਵੀ ਨਹੀਂ ਹੋਏਗੀ, ਗੱਲ ਖਤਮ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ APMC ਐਕਟ ਦਾ ਕਿਹਾ। APMC ਐਕਟ 'ਚ ਉਹਨਾਂ ਨੇ ਕਿਹਾ ਵੀ ਠੀਕ ਆ, ਸਟੇਟ ਤੇ ਐਕਟ ਲਾਗੂ ਹੋਏਗਾ ਤੇ ਮੰਡੀਆਂ ਦੇ ਬਾਹਰ ਵੀ ਆੜਤੀਆ ਕਰੇਗਾ, ਉਹਦੀ ਰਜਿਸਟ੍ਰੇਸ਼ਨ ਹੋਏਗੀ ਬਕਾਇਦਾ, ਜਿਹੜਾ ਕਰੇਗਾ ਪੈਨ ਕਾਰਡ ਤੇ ਨਹੀਂ ਹੋਏਗਾ। ਔਰ ਮੰਡੀਆਂ ਦੇ ਅੰਦਰ ਵੀ ਉਹੀ ਵਿਵਸਥਾ ਹੋਏਗੀ, ਉਹ ਸਟੇਟ ਗਵਰਨਮੈਂਟ ਦੀ ਹੋਏਗੀ ਔਰ ਟੈਕਸ ਵੀ ਲੱਗੇਗਾ। ਤੇ ਉਹ ਤਾਂ ਫਿਰ ਗੱਲ ਹੀ ਖਤਮ ਹੋ ਗਈ, ਫਿਰ ਉਹਦਾ ਕੋਈ ਪ੍ਰਭਾਵਿਤ ਹੀ ਨਹੀਂ ਕਰਨਾ ਉਹਨੇ ਕਿਸੇ ਤਰ੍ਹਾਂ ਵੀ, ਮੰਡੀ ਐਕਟ ਹੋ ਗਿਆ। ਅੱਛਾ, MSP ਦਾ ਇਹਨਾਂ ਨੇ ਕਿਹਾ, ਸਰਕਾਰ ਨੇ ਕਿਹਾ ਕਿ MSP ਵੀ ਜਾਰੀ ਰਹੇਗੀ। ਅੱਛਾ, ਫਿਰ ਹੋਰ ਵੀ ਜੋ ਇਹਨਾਂ ਨੇ ਖਦਸ਼ੇ ਜ਼ਾਹਿਰ ਕੀਤੇ, ਉਹ ਸਾਰੇ ਦੇ ਸਾਰੇ ਇਹਨਾਂ ਦੇ ਮੰਨ ਲਏ। ਫਿਰ ਗਰੇਵਾਲ ਸਾਹਿਬ, ਉਹ ਇਹ ਕਹਿ ਰਹੇ ਨੇ ਕਿਸਾਨ ਜਥੇਬੰਦੀਆਂ ਕਿ ਜੇ ਤੁਸੀਂ ਸਾਰੇ ਸ਼ੰਕੇ ਦੂਰ ਕਰ ਰਹੇ ਹੋ, ਖਦਸ਼ੇ ਦੂਰ ਕਰ ਰਹੇ ਹੋ, ਤਾਂ ਸਾਡੀ ਇਹ ਗੱਲ ਵੀ ਮੰਨ ਜਾਓ ਕਿ ਖੇਤੀ ਕਾਨੂੰਨ ਸਾਨੂੰ ਨਹੀਂ ਚਾਹੀਦੇ, ਤੁਸੀਂ ਕਿਉਂ ਲਾਗੂ ਕਰਨਾ ਚਾਹੁੰਦੇ ਹੋ? ਤਾਂ ਸੁਣੋ, ਉਹਨਾਂ ਤੋਂ ਇਹੀ ਪੁੱਛਿਆ ਕਿ ਤੁਸੀਂ ਦੱਸੋ ਕਿ ਤੁਸੀਂ ਹੋਰ ਕੀ ਚਾਹੁੰਦੇ ਹੋ। ਜਦੋਂ ਹੁਣ ਉਹਦੇ 'ਚ ਦੱਸ ਦੇਣ ਕੀ ਹੋਰ ਚਾਹੁੰਦੇ ਆ, ਉਹ ਵੀ ਉਹਨਾਂ ਦੇ ਦੂਰ ਹੋ ਜਾਣਗੇ। ਫਿਰ ਉਹਨਾਂ ਨੂੰ ਇਹ ਵੀ ਕਹਿਤਾ ਕਿ 5 ਮੈਂਬਰ ਦੀ ਕਮੇਟੀ ਤੁਸੀਂ ਬਣਾ ਲਓ, 5 ਮੈਂਬਰ ਦੀ ਸਰਕਾਰ ਬਣਾਉਣ ਦੀ, ਆਪਸ 'ਚ ਬੈਠ ਕੇ ਗੱਲਬਾਤ ਕਰਕੇ, ਮਾਹਿਰਾਂ ਦੀ ਕਮੇਟੀ ਜਿਹੜੀ ਆ ਉਹ ਗੱਲਬਾਤ ਕਰਕੇ ਜੋ ਇਹਨਾਂ ਕਾਨੂੰਨਾਂ 'ਚ ਭਰਨਾ ਭਰ ਲਓ, ਜੋ ਕੱਢਣਾ ਹੋਰ ਕੱਢ ਦਿਓ।
ਤੇ ਜਦੋਂ ਇੰਨੀ ਗੱਲ ਹੀ ਕਹਿਤੀ ਤਾਂ ਫਿਰ ਕਾਨੂੰਨ 'ਚ ਰਹਿ ਕੀ ਗਿਆ, ਮੈਨੂੰ ਇਹ ਦੱਸੋ। ਨਹੀਂ ਉਹ ਕਹਿੰਦੇ ਫਿਰ ਰੱਖਣਾ ਕਿਉਂ ਆ, ਜੇ ਕਾਨੂੰਨ 'ਚ ਕੁਝ ਰਹਿ ਨਹੀਂ ਗਿਆ ਫਿਰ ਰੱਖਣਾ ਕਿਉਂ ਆ? ਕਾਨੂੰਨ ਤਾਂ ਬਣਨਾ ਹੀ ਹੁੰਦਾ। ਦੱਸੋ ਨਹੀਂ ਕਿਉਂ ਬਣਾਉਣੇ ਨੇ? ਦੇਸ਼ ਕਾਨੂੰਨਾਂ ਨਾਲ ਹੀ ਚੱਲਦਾ ਜੀ, ਹਰ ਵਰਗ ਲਈ ਬਣਦੇ ਆ। ਉਹ ਤਾਂ ਹੈਗਾ, ਕਹਿੰਦੇ APMC ਪਹਿਲਾਂ ਵੀ ਹੈਗਾ, ਕਿਹੜਾ ਹੈਗਾ? ਐਗਰੀਕਲਚਰ ਲਈ ਪ੍ਰੋਕਿਉਰਮੈਂਟ ਲਈ ਪਹਿਲਾਂ ਹੀ ਕਰਤਾ ਦਿੱਤਾ ਉਹਨਾਂ ਦਾ, ਹੋਰ ਕੀ ਰਹਿ ਗਿਆ? ਕਰਤਾ ਦਿੱਤਾ, ਮੰਨ ਲਿਆ, ਹੋਰ ਵੀ ਮੰਨਣ ਨੂੰ ਤਿਆਰ ਆ। ਉਹ ਕਹਿੰਦੇ ਅੜੀ ਆ ਸਰਕਾਰ ਦੀ, ਸਰਕਾਰ ਅੜੀ ਹੈ। ਇਹ ਤਾਂ ਕਿਸਾਨ ਆਗੂਆਂ ਨੂੰ ਪੁੱਛ ਲਓ ਵੀ ਉਹ ਕਿਉਂ ਲੰਬਾ ਕਰਨਾ ਚਾਹੁੰਦੇ, ਉਹਦੇ 'ਚ ਬਚਿਆ ਕੱਖ ਨਹੀਂ। ਕੱਲ ਨੂੰ ਇਹ ਜਨਤਾ ਨੇ ਸਵਾਲ ਪੁੱਛਣੇ ਆ, ਇਹਨਾਂ ਨੂੰ ਜਵਾਬਦੇਹ ਹੋਣਾ ਪੈਣਾ ਲੀਡਰਾਂ ਨੂੰ। ਇਹ ਨਾ ਕਰਨ, ਮੇਰੀ ਉਹਨਾਂ ਨੂੰ ਹੱਥ ਜੋੜ ਕੇ ਪ੍ਰਾਰਥਨਾ। ਉਹ ਜਿਹੜੇ ਮੋਦੀ ਜੀ ਨੇ ਕਾਨੂੰਨ ਬੜੇ ਅੱਛੇ ਬਣਾਏ ਸੀ, ਕਾਨੂੰਨ ਕਿਸਾਨ ਹਿੱਤੂ ਸੀ। ਨਹੀਂ ਫਿਰ ਚੇਂਜ ਕਿਉਂ ਕਰ ਰਹੇ ਹੋ ਜੇ ਕਿਸਾਨ ਜੇ 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 ਕਿਸਾਨ ਹਿੱਤੂ ਸੀ? ਕਿਸਾਨ ਹਿੱਤੂ ਕਾਨੂੰਨ ਸੀ, ਔਰ ਸਰਕਾਰ ਉਹ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਆ, ਬੱਚੇ ਬੈਠੇ ਆ, ਬਜ਼ੁਰਗ ਬੈਠੇ ਆ, ਮਹਿਲਾਵਾਂ ਬੈਠੀਆਂ ਸਰਦੀ 'ਚ ਬੈਠੇ ਆ, ਉਹਨਾਂ ਦੀ ਇੱਜ਼ਤ ਕੀਤੀ, ਉਹਨਾਂ ਦੀ ਰਿਸਪੈਕਟ ਕੀਤੀ ਕਿ ਉਹ ਨਹੀਂ ਚਾਹੁੰਦੇ ਇਹਨਾਂ ਕਾਨੂੰਨਾਂ ਨੂੰ। ਉਹਨਾਂ ਨੇ ਕਿਹਾ ਠੀਕ ਆ, ਇਹ ਜਿਹੜੇ ਖਦਸ਼ੇ ਆ ਉਹਨਾਂ ਦੇ ਸਾਰੇ ਹੱਲ ਕਰ ਦਿਓ, ਜਿਹੋ ਜਿਹਾ ਕਾਨੂੰਨ ਬਣਾਉਣਾ ਚਾਹੁੰਦੇ ਉਹੋ ਜਿਹਾ ਬਣਾ ਲੈਣ। ਤੇ ਮੈਨੂੰ ਨਹੀਂ ਸਮਝ ਆਉਂਦਾ, ਤੁਸੀਂ ਪੱਤਰਕਾਰ ਹੋ ਚੰਗੇ ਭਲੇ, ਆਹ ਕਾਨੂੰਨ ਬਣਿਆ ਹੋਇਆ ਤੁਹਾਨੂੰ ਦੇਤਾ ਕਿ ਭਾਈ ਇਹਦੇ ਜੋ ਮਰਜ਼ੀ ਭਰ ਲਓ, ਫਿਰ ਤੁਸੀਂ ਰੱਦ ਕਰਨ ਦੀ ਗੱਲ ਕਿਉਂ ਕਰਦੇ ਹੋ ਜੀ? ਨਹੀਂ ਫਿਰ ਕੀ ਝਗੜਾ ਰਹਿ ਗਿਆ? ਕਿਸਾਨ ਆਗੂ ਦੱਸ ਦਿਓ, ਉਹੀ ਪੁੱਛ ਰਹੇ ਹਾਂ। ਕਿਸਾਨ ਆਗੂ ਜਿਹੜੇ ਕਹੀ ਜਾਂਦੇ ਨੇ ਵਾਰ-ਵਾਰ ਵੀ ਸਾਨੂੰ ਚਾਹੀਦੇ ਨਹੀਂ, ਅਸੀਂ ਤਾਂ ਰੱਦ ਹੀ ਕਰਾਉਣੇ ਨੇ। ਤਾਂ ਬਣਦੇ ਆ ਸਮਾਜ 'ਚ, ਕਾਨੂੰਨ ਹਰ ਵਰਗ ਲਈ ਬਣਦੇ ਆ। ਚਾਹੀਦੇ ਦਾ ਕੀ ਮਤਲਬ ਆ? ਉਹਦੇ ਜੋ ਮਰਜ਼ੀ ਭਰ ਲਓ। ਜਦੋਂ ਤੁਹਾਨੂੰ ਕਹਤਾ ਸਾਡੇ ਫਾਇਦੇ ਦੀ ਤੁਸੀਂ ਗੱਲ ਕਰ ਰਹੇ ਹੋ, ਸਾਨੂੰ ਇਹਨਾਂ ਦਾ ਫਾਇਦਾ ਨਹੀਂ ਹੈਗਾ। ਭਾਈ ਦੱਸੋ, ਪਹਿਲਾਂ ਕਾਨੂੰਨ ਬਣੇ ਨਹੀਂ ਹੋਏ? APMC ਐਕਟ ਬਣਿਆ ਹੋਇਆ ਨਾ, ਤੇ ਪਹਿਲਾਂ ਬਾਕੀ ਵੀ ਸਾਰੇ ਕਾਨੂੰਨ ਬਣੇ ਆ ਨਾ। ਕਾਨੂੰਨਾਂ 'ਚ ਸਮੇਂ ਦੇ ਹਿਸਾਬ ਨਾਲ ਤਰਮੀਮ ਹੁੰਦੀ ਹੈ ਨਾ, ਉਹਨਾਂ ਨੂੰ ਕਹਿੰਦਾ ਤਰਮੀਮਾਂ ਭਾਈ ਤੁਸੀਂ ਆਪਦੇ ਹਿਸਾਬ ਨਾਲ ਕਰ ਲਓ। ਫਿਰ ਸਰਕਾਰ ਦੀ ਮਜਬੂਰੀ ਕੀ ਆ ਕਾਨੂੰਨ ਬਣਾਉਣਾ, ਇਹ ਵੀ ਦੱਸ ਦਿਓ। ਕਿਉਂ? ਕਾਨੂੰਨਾਂ ਤੋਂ ਬਿਨਾਂ ਦੇਸ਼ ਚੱਲਦਾ? ਕਾਨੂੰਨਾਂ ਤਾਂ ਪਹਿਲਾਂ ਵੀ ਬਣੇ ਹੋਏ ਨੇ। ਬੰਦੇ ਹੋ, ਪੱਤਰਕਾਰ ਹੋ, ਇਹ ਦੱਸੋ ਵੀ ਕਾਨੂੰਨਾਂ ਤੋਂ ਬਿਨਾਂ ਕਦੇ ਮੁਲਕ ਚੱਲਿਆ? ਕਾਨੂੰਨਾਂ ਨਾਲ ਹੀ ਚੱਲਦਾ, ਨਹੀਂ ਤਾਂ ਇੱਥੇ ਅਫੜਾ ਤਫੜੀ ਫੈਲ ਜੂਗੀ। ਕਿਹਦੇ ਲਈ ਕਾਨੂੰਨ ਬਣਾ ਰਹੇ ਹੋ ਤਾਂ ਉਹਨਾਂ ਨੂੰ ਚਾਹੀਦਾ ਨਹੀਂ ਹੈਗਾ ਕਹਿੰਦੇ। ਅਰੇ ਭਾਈ ਉਹਨਾਂ ਦੇ ਕਹਿਣ ਨਾਲ ਕੀ ਹੁੰਦਾ? ਉਹਨਾਂ ਨੂੰ ਕਹਿਤਾ ਜਿਹਾ ਜਿਹਾ ਬਣਾਉਣਾ ਤੁਸੀਂ ਆਪਦਾ ਬਣਾ ਲਓ, ਇਹਦੇ ਜੋ ਤਰਮੀਮ ਕਰਨੀ ਹੈ ਕਰ ਲਓ, ਹੋਰ ਇਹਦੇ 'ਚ ਕੀ ਰਹਿ ਗਿਆ? ਫਿਰ ਕਾਨੂੰਨ ਕਿੱਥੇ ਰਹਿ ਗਿਆ? ਇਸ ਗੱਲ 'ਚ ਕਿੰਨੀ ਰਹਿ ਕਿੱਥੇ ਗਿਆ ਫਿਰ? ਮੈਨੂੰ ਇਹ ਦੱਸੋ, ਤੁਸੀਂ ਪੜ੍ਹੇ ਲਿਖੇ ਹੋ, ਮੈਨੂੰ ਤੁਸੀਂ ਦੱਸ ਦਿਓ ਕਾਨੂੰਨ ਫਿਰ ਰਹਿ ਕਿੱਥੇ ਗਿਆ? ਕਾਨੂੰਨ ਤਾਂ ਰਿਹਾ ਹੀ ਨਹੀਂ। ਇਹ ਵੀ ਕੀ ਅੜੀ ਆ ਵੀ ਡੱਬਾ ਖਾਲੀ ਜਿਹੜਾ ਹੈਗਾ ਉਹ ਰੱਖਣਾ ਹੀ ਰੱਖਣਾ ਤੁਸੀਂ? ਅਰੇ ਭਾਈ ਡੱਬਾ ਖਾਲੀ ਨਹੀਂ ਰਹਿਣਾ, ਡੱਬਾ ਭਰਿਆ ਜਾਣਾ। ਉਹ ਕਿਸਾਨ ਨੂੰ ਕਹਤਾ ਕਿ ਤੁਸੀਂ ਬੈਠ ਕੇ ਭਰ ਲਓ, ਜੋ ਮਰਜ਼ੀ ਭਰੋ ਇਹਦੇ 'ਚ। ਹੋਰ ਦੱਸੋ, ਅੜੀ ਕਿਹਦੀ ਆ? ਭਾਜਪਾ ਦੀ ਆ ਕਿਸਾਨਾਂ ਦੀ? ਕਿਸਾਨਾਂ ਦੀ ਹੈ, ਸਾਡੀ ਥੋੜਾ ਅੜੀ ਹੈ। ਭਾਜਪਾ ਨੇ ਤਾਂ ਪ੍ਰਧਾਨ ਮੰਤਰੀ ਨੇ ਇਹ ਕਹਿਤਾ ਕਿ ਕਿਸਾਨ ਸਾਡਾ ਅੰਨਦਾਤਾ। ਮੈਂ ਹੱਥ ਜੋੜ ਕੇ ਉਹਦੇ ਅੱਗੇ ਨਮਨ ਕਰਦਾ ਹੋਇਆ ਮੈਂ ਸਾਰੀ ਗੱਲ ਉਹਨਾਂ ਦੀ ਸੁਣਨ ਨੂੰ ਵੀ ਤਿਆਰ ਹਾਂ ਤੇ ਮੰਨਣ ਨੂੰ ਵੀ ਤਿਆਰ ਹਾਂ। ਕਿਸਾਨਾਂ ਨੂੰ ਪੁੱਛੋ, ਇਹਨਾਂ ਨੇ ਕਦੇ ਪ੍ਰਧਾਨ ਮੰਤਰੀ ਤੋਂ ਟਾਈਮ ਮੰਗਿਆ? ਇਹਨਾਂ ਨੂੰ ਬਾਰ-ਬਾਰ ਗ੍ਰਹਿ ਮੰਤਰੀ ਫੋਨ ਕਰਦੇ ਆ, ਇਹਨਾਂ ਨੂੰ ਬਾਰ-ਬਾਰ ਗ੍ਰਹਿ ਮੰਤਰੀ ਨੇ ਆਪਦੇ ਕੋਲ ਬੁਲਾਇਆ। ਇਹ ਗਏ ਨੇ? ਇੱਕ ਵਾਰ ਗਏ ਨੇ। एक बार जाके उन्होंने भी बैठ के हाथ जोड़ के कहा कि जो आप करना चाहते हो कर लो, इस आंदोलन को मत आगे बढ़ाओ और जैसा आप चाहोगे वैसा आप कर लो। ਨਹੀਂ ਫਿਰ ਉਹ ਤਾਂ ਚਾਹੁੰਦੇ ਹੀ ਨੇ ਕਿ ਰੱਦ ਹੋ ਜਾਣ, ਤੁਸੀਂ ਕਿਉਂ ਇਸੇ ਗੱਲ ਤੇ? ਯਾਰ ਕਮਲਿਆਂ ਵਾਲੀ ਗੱਲ, ਸਦਾਈਆਂ ਵਾਲੀ ਤੁਸੀਂ ਕਰੀ ਜਾਂਦੇ ਹੋ। ਇਹ ਕੋਈ ਚੈਨਲ ਵਾਲੀ ਗੱਲ ਕਰੋ। ਜਦੋਂ ਕਹਿਤਾ ਕਿ ਭਾਈ ਆ ਕਾਨੂੰਨ ਆ ਤੁਹਾਨੂੰ ਦੇ ਦਿੰਨੇ ਆ, ਤੁਸੀਂ ਕਿਸਾਨਾਂ ਕੋਲ ਜਾਓ ਆਪਣੇ ਆਪ ਉਹਦੇ ਚ ਭਰ ਲਿਓ, ਕਿਤੇ ਰਹਿ ਕੀ ਗਿਆ ਫਿਰ? ਕਾਨੂੰਨ ਕਿੱਥੇ ਰਹਿ ਗਿਆ? ਨਾਮ ਦਾ ਹੀ ਰਹਿ ਗਿਆ ਫਿਰ। ਲਓ ਜੀ, ਨਾਮ ਵੀ ਨਹੀਂ ਰਿਹਾ। ਜਦੋਂ ਤੁਸੀਂ ਬਣਾ ਲਿਆ ਆਪਦੇ ਹਿਸਾਬ ਨਾਲ ਤਾਂ ਸਰਕਾਰ ਕਿੱਥੇ ਰਹਿ ਗਈ? ਸਰਕਾਰ ਤਾਂ ਇੰਨਾ ਅੱਗੇ ਝੁੱਕ ਗਈ ਹੈ, ਹੋਰ ਇਸ ਤੋਂ ਜ਼ਿਆਦਾ ਸਰਕਾਰ ਕੀ ਝੁਕੇ? ਸਾਰੀਆਂ ਅਮੈਂਡਮੈਂਟਾਂ ਲਈ ਤਿਆਰ ਹੋ? ਲਓ ਜੀ, ਉਹਨਾਂ ਨੂੰ ਕਹਿ ਤਾਂ ਦਿੱਤਾ ਭਰਾ ਜੀ, ਮੈਂ ਤੁਹਾਡੇ ਸਾਹਮਣੇ ਕਹੀ ਜਾ ਰਿਹਾ, ਉਹਨਾਂ ਨੂੰ ਲਿਖ ਕੇ ਭੇਜਤਾ। ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਗ੍ਰਹਿ ਮੰਤਰੀ ਜੀ ਨੇ ਕਹਿਤਾ, ਉਹਨਾਂ ਦੇ ਸਾਹਮਣੇ ਕ੍ਰਿਸ਼ੀ ਮੰਤਰੀ ਨੇ ਕਹਿਤਾ, ਉਹਨਾਂ ਨੂੰ ਹੱਥ ਜੋੜ ਕੇ ਕਿਹਾ। ਉਹ ਤਾਂ ਕਿਉਂ ਕਿੱਥੇ ਖੜੀ ਆ ਫਿਰ? ਕਾਰਨ ਕੀ ਆ ਤੁਸੀਂ ਦੱਸ ਦਿਓ ਨਾ। ਉਹ ਤਾਂ ਤੁਸੀਂ ਉਹਨਾਂ ਨੂੰ ਪੁੱਛਣਾ, ਅੰਦੋਲਨ ਨੂੰ ਲੰਬਾ ਕਿਉਂ ਕਰ ਰਹੇ ਆ। ਹੁਣ ਮੇਰੀ ਗੱਲ ਸੁਣੋ, ਅਸੀਂ ਮਿਲਣਾ ਆਪਸ 'ਚ। ਮੈਂ ਤੁਹਾਨੂੰ ਪੁੱਛਦਾ ਵੀ ਭਰਾ ਜੀ ਤੁਹਾਡੇ ਕੋਲ ਕਿਹੜਾ ਟਾਈਮ ਫ੍ਰੀ ਆ, ਕਦੋਂ ਆਪਾਂ ਮਿਲੀਏ? ਇਹ ਤੁਹਾਡੀ ਰਿਸਪੈਕਟ ਹੋਈ ਨਾ, ਇੱਜ਼ਤ ਕੀਤੀ ਨਾ ਮੈਂ, ਠੀਕ ਹੈ? ਤੇ ਤੁਸੀਂ ਉਸ ਨੂੰ ਇੱਜ਼ਤ ਦੀ ਬਜਾਏ ਆਪਣੀ ਇਨਸਲਟ ਮੰਨੋ ਤਾਂ ਉਹਦੇ 'ਚ ਮੈਂ ਕੀ ਕਰ ਸਕਦਾ ਜੀ? ਉਹ ਤਾਂ ਸਮਝ ਦਾ ਫਰਕ ਆ ਨਾ। ਤੇ ਇਸੇ ਤਰ੍ਹਾਂ ਕਿਸਾਨਾਂ ਨੂੰ ਪੱਤਰ ਲਿਖ ਕੇ ਪੁੱਛਿਆ ਗਿਆ ਕਿ ਤੁਹਾਡੇ ਕੋਲ ਕਦੋਂ ਟਾਈਮ ਆ, ਤੁਸੀਂ ਕਦੋਂ ਸਾਡੇ ਨਾਲ ਬੈਠਣਾ ਚਾਹੁੰਦੇ ਹੋ। ਔਰ ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਰਾਤ ਦੇ 12 ਵਜੇ ਵੀ ਕਹੋਗੇ ਅਸੀਂ ਸਾਰੇ ਤਿਆਰ ਹਾਂ, ਸਰਕਾਰ ਤੁਹਾਡੇ ਲਈ ਤਿਆਰ ਹੈ, ਕਿਸੇ ਸਮੇਂ ਵੀ ਤਿਆਰ ਹੈ। ਉਹਦੇ 'ਚ ਕਹਿਣ ਕਿ ਸਾਡੇ ਕੋਲੋਂ ਕਿਉਂ ਪੁੱਛ ਲਿਆ ਜੀ? ਤੇ ਫਿਰ ਪੁੱਛ ਲਿਆ ਕਿ ਤੁਹਾਡੇ ਮੁੱਦੇ ਕੀ ਰਹਿਣਗੇ, ਕਿਉਂਕਿ ਸਰਕਾਰ ਇਸ ਕੰਮ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਕਰਕੇ ਕਿ ਜਿਹੜੇ ਲੋਕ ਸੜਕਾਂ ਤੇ ਬੈਠੇ ਆ, ਹਰ ਰੋਜ਼ ਇੱਕ ਦੋ ਦੀ ਮੌਤ ਹੋ ਜਾਂਦੀ ਹੈ, ਪ੍ਰਭੂ ਚਰਨਾਂ ਜਾਬ ਰਾਜਦੇ ਆ। ਸਰਕਾਰ ਇਹ ਨਹੀਂ ਚਾਹੁੰਦੀ ਕਿ ਉਹ ਕਿਸਾਨ ਜਿਹੜੇ ਆ, ਦੇਸ਼ ਦਾ ਅੰਨਦਾਤਾ ਜਿਹੜਾ, ਉਹ ਸੜਕ ਤੇ ਬੈਠੇ। ਇਹ ਹੁਣ ਕਿਸਾਨ ਜਥੇਬੰਦੀਆਂ ਦੀ ਵੀ ਕੋਈ ਡਿਊਟੀ ਬਣਦੀ ਹੈ ਜਾਂ ਨਹੀਂ ਬਣਦੀ? ਜ਼ਿੰਮੇਵਾਰੀ ਬਣਦੀ ਹੈ ਜਾਂ ਨਹੀਂ ਬਣਦੀ? ਉਹਨਾਂ ਦੀ ਜ਼ਿੰਮੇਵਾਰੀ ਤੁਸੀਂ ਤੈਅ ਕਰੋਗੇ ਮੀਡੀਆ ਵਾਲੇ ਜਾਂ ਨਹੀਂ ਕਰੋਗੇ? ਕਿ ਭਾਈ ਜਦੋਂ ਸਰਕਾਰ ਇੰਨਾ ਤੁਹਾਡੇ ਸਾਹਮਣੇ ਕਹਿ ਰਹੀ ਹੈ ਤੇ ਤੁਸੀਂ ਵੀ ਸਰਕਾਰ ਦਾ ਸਹਿਯੋਗ ਕਰੋ। ਇੱਕ ਉਹਨਾਂ ਨੇ ਕਿਹਾ ਇਹ ਵੀ ਸਾਨੂੰ ਇਸ ਦੇ ਵਿੱਚ ਦੱਸਿਆ ਨਹੀਂ ਗਿਆ ਹੈਗਾ, ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਨਾਲ 8 ਦਸੰਬਰ ਨੂੰ ਮੁਲਾਕਾਤ ਹੋ ਚੁੱਕੀ ਹੈ, ਤਾਂ ਹੁਣ ਸਾਡੀ ਮੁਲਾਕਾਤ ਕਿਹਦੇ ਨਾਲ ਹੋਊਗੀ? ਇਹ ਕੋਈ ਕਲੀਅਰ ਨਹੀਂ ਦੱਸਿਆ ਗਿਆ ਇਸ ਚਿੱਠੀ ਦੇ ਵਿੱਚ। ਉਹ 10 ਦਿਨ ਕਿਹਦੇ ਨਾਲ ਕਰਨਾ ਚਾਹੁੰਦੇ ਆ ਚਿੱਠੀ? ਉਹਨਾਂ ਨੂੰ ਪ੍ਰਧਾਨ ਮੰਤਰੀ ਨਾਲ ਕਰਾਓ ਸਾਡੀ ਗੱਲ। ਪ੍ਰਧਾਨ ਮੰਤਰੀ ਤੋਂ ਕਦੇ ਟਾਈਮ ਮੰਗਿਆ ਉਹਨਾਂ ਨੇ ਮਿਲਣ ਦਾ? ਪ੍ਰਧਾਨ ਮੰਤਰੀ ਕੋਲ ਤਾਂ ਜਾਈਦਾ ਹੁੰਦਾ ਜਦੋਂ ਸਾਰੀ ਗੱਲ ਨਿਪਟਾ ਕੇ ਜਾਈਏ। ਸਮਝਦੇ ਨਾ ਗੱਲ? ਕੰਟਰੀ ਦੇ ਉਹ ਸਰਕਾਰ ਦੇ ਮੁਖੀਆ ਨੇ,
ਤੇ ਉਹਨਾਂ ਦੇ ਕੋਲ ਤਾਂ ਉਸ ਵੇਲੇ ਜਾਣਾ ਜਦੋਂ ਆਪਾਂ ਸਾਰੀ ਗੱਲ ਨੀਚੇ ਨਿਪਟਾ ਲਾਂਗੇ। ਗਰੇਵਾਲ ਸਾਹਿਬ ਹੁਣ ਤੱਕ ਤੁਸੀਂ ਸਾਰੇ ਕਹਿੰਦੇ ਰਹੇ ਹੋ, ਭਾਜਪਾ ਕਹਿੰਦੀ ਰਹੀ ਹੈ ਕਿ ਖੇਤੀ ਕਾਨੂੰਨ ਬਹੁਤ ਚੰਗੇ ਨੇ, ਖੇਤੀ ਕਾਨੂੰਨ ਬਹੁਤ ਸਹੀ ਨੇ, ਕਿਸਾਨਾਂ ਦੇ ਹਿੱਤ ਦੇ ਵਿੱਚ, ਫਿਰ ਬਦਲਾਅ ਵੀ ਕਿਉਂ? ਜੇ ਕਿਸਾਨ ਚਾਹੂਗਾ ਤਾਂ ਬਦਲਾਅ ਹੋਊਗਾ। ਉਹ ਜਿਹੜੇ ਸੜਕਾਂ ਤੇ ਬੈਠੇ ਉਹਨਾਂ ਦੀ ਵਜ੍ਹਾ ਕਰਕੇ ਬਦਲਾਅ ਆ, ਇਹ ਕਿਸੇ ਇੱਕ ਅੱਧੇ ਵਿਅਕਤੀ ਦੀ ਵਜ੍ਹਾ ਕਰਕੇ ਥੋੜਾ। ਉਹਨਾਂ ਦੀ ਰਿਸਪੈਕਟ ਆ, ਉਹਨਾਂ ਦੀ ਇੱਜ਼ਤ ਕੀਤੀ ਹੈ। ਆ ਕਿਸਾਨ ਜਥੇਬੰਦੀਆਂ ਨੂੰ ਪ੍ਰਾਰਥਨਾ ਕਿ ਤੁਸੀਂ ਦੱਸ ਦਿਓ ਕਿਉਂ ਕੀ ਲੱਗਦਾ ਤੁਹਾਨੂੰ, ਕੀ ਖਦਸ਼ਾ? ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਪੋਲਿਊਸ਼ਨ ਵਾਲਾ ਕੋਰਟ ਨੇ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈ ਆ, ਉਹਨੂੰ ਇਹ ਮੰਨ ਲੈਣ। ਯਾਨੀ ਤੁਸੀਂ ਕਹਿੰਦੇ ਹੋ ਕਿ ਅਮੈਂਡਮੈਂਟਾਂ ਤੇ ਕਿਸਾਨ ਮੰਨ ਜਾਣ? ਅਰੇ ਯਾਰ ਅਮੈਂਡਮੈਂਟ ਕਿੱਥੇ ਰਹਿ ਗਈ? ਅਸੀਂ ਤਾਂ ਕਹਿੰਦੇ ਕਾਨੂੰਨ ਹੀ ਤੁਸੀਂ ਬਣਾ ਲਓ, ਤੇ ਉਹਦੇ ਚ ਕੀ ਅਮੈਂਡਮੈਂਟ ਰਹੀ ਹੀ ਨਹੀਂ। ਨਾ ਕਾਨੂੰਨ ਰਿਹਾ ਨਾ ਅਮੈਂਡਮੈਂਟ ਰਹੀ। ਜੇ ਫਿਰ ਵੀ ਉਹ ਤਿਆਰ ਨਹੀਂ ਹੈਗੇ, ਫਿਰ ਤਾਂ ਕੋਈ ਮਾਨਸਿਕ ਤੌਰ ਤੇ ਸਾਨੂੰ ਸਮਝ ਵੀ ਚਾਹੀਦੀ ਆ। ਤੁਸੀਂ ਜਦੋਂ ਸਵਾਲ ਪੁੱਛਦੇ ਹੋ ਤੁਸੀਂ ਜਾ ਕੇ ਉਹਨਾਂ ਨੂੰ ਵੀ ਪੁੱਛੋ। ਉਹਨਾਂ ਨੂੰ ਵੀ ਪੁੱਛਦੇ ਹਾਂ ਅਸੀਂ, ਪਰ ਹੁਣ ਤੁਹਾਡੇ ਕੋਲ ਆਏ ਆ ਤਾਂ ਤੁਹਾਡੇ ਹਾਂ ਉਹਨਾਂ ਨੂੰ ਪੁੱਛੋ ਕਿ ਭਾਈ ਸਰਕਾਰ ਤਾਂ ਕਹਿੰਦੀ ਹੈ ਕਾਨੂੰਨ 'ਚ ਤੁਸੀਂ ਜੋ ਭਰਨਾ ਭਰ ਲਓ, ਤੇ ਫਿਰ ਤੁਹਾਨੂੰ ਕੀ ਇਤਰਾਜ਼ ਹੈ, ਇਹ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਕਿ ਸਰਕਾਰ ਦੀ ਇਹ ਗੱਲ ਵੀ ਕੀ ਹੈ ਵੀ ਜੇ ਤੁਸੀਂ ਕਾਨੂੰਨ ਬਦਲਣੇ ਹੀ ਨੇ ਫਿਰ ਰੱਖ ਕੇ ਵੀ ਕੀ ਕਰਨੇ ਨੇ। ਤੁਸੀਂ ਆਪ ਹੀ ਕਹਿ ਲਿਆ ਕਿ ਸਾਰੇ ਦੇ ਸਾਰੇ ਬਦਲਣ ਲਈ ਤਿਆਰ ਆ ਤੁਸੀਂ। ਗੱਲ ਸੁਣੋ, ਕਾਨੂੰਨ ਤੋਂ ਬਿਨਾਂ ਵਿਵਸਥਾ ਕਦੇ ਚੱਲੀ ਹੈ? ਹੁਣ ਕਿਸਾਨਾਂ ਲਈ ਕਾਨੂੰਨ ਬਣਾਇਆ ਨਾ ਤੁਸੀਂ, ਕਿਸਾਨਾਂ ਲਈ ਕਾਨੂੰਨ ਬਣਾਇਆ ਨਾ। ਤਾਂ ਸੁਣ ਲਓ, ਕਿਸਾਨਾਂ ਲਈ ਬਣਾਇਆ ਕਾਨੂੰਨ ਤਾਂ ਬਣੂਗਾ। ਤੁਸੀਂ ਯਾਰ ਪੱਤਰਕਾਰਾਂ ਨੂੰ ਦਾ ਸਵਾਲ ਨਾ ਕਰੋ। ਹੁਣ 307 ਦਾ ਹੈ, 307 ਕਿੰਨਾ ਪਰਿਸਥਿਤੀਆਂ 'ਚ ਲੱਗਦਾ ਕਿਸੇ ਵਿਅਕਤੀ ਤੇ, ਉਹ ਲਿਖਣਾ ਤਾਂ ਪਊਗਾ ਨਾ। ਉਹਦੇ 'ਚ 307 ਸਿਰ ਦੀ ਸੱਟ ਮਾਰਨ ਨਾਲ ਲੱਗਦਾ ਜਾਂ ਪੈਰ ਦੀ ਸੱਟ ਮਾਰਨ ਨਾਲ ਲੱਗਦਾ, ਉਹ ਤੁਸੀਂ ਉਹਦੇ 'ਚ ਬਦਲ ਸਕਦੇ ਹੋ। ਪਰ ਕਾਨੂੰਨ ਤਾਂ ਰੱਖਣਾ ਹੀ ਪਊ ਨਾ। ਵਿਵਸਥਾ ਚਲਾਉਣ ਲਈ ਤਾਂ ਕਾਨੂੰਨ ਚਾਹੀਦੇ ਹੁੰਦੇ ਆ, ਇਹ ਵਿਵਸਥਾ ਵਾਸਤੇ ਚਾਹੀਦੇ ਆ। ਮੈਂ ਇੱਕ ਸਵਾਲ ਪੁੱਛਦਾ ਕਿ ਤੁਸੀਂ ਇਹ ਕਾਨੂੰਨ ਕਿਹਨਾਂ ਲਈ ਬਣਾਏ? ਕਾਰਪੋਰੇਟਸ ਲਈ ਬਣਾਏ, ਕਿਸਾਨਾਂ ਲਈ ਬਣਾਏ, ਕਿਹਦੇ ਲਈ? ਕਿਸਾਨਾਂ ਲਈ, ਕਿਸਾਨ ਦੀ ਆਮਦਨ ਦੁੱਗਣੀ ਕਰਨ ਲਈ, ਕਿਸਾਨ ਦੀ ਬਿਹਤਰੀ ਲਈ। ਹੁਣ ਕਿਸਾਨ ਆਪਦੀ ਬਿਹਤਰੀ ਜਿਹੜਾ ਕਾਨੂੰਨ ਚਾਹੁੰਦਾ ਉਹਦੇ 'ਚ ਬਣਾ ਲੇ, ਆਹ ਕਹਿੰਦੇ ਆ ਅਸੀਂ। ਪਰ ਉਹ ਕਹਿੰਦੇ ਸਾਡੀ ਇਸ ਕਾਨੂੰਨ 'ਚ ਤਾਂ ਬਿਹਤਰੀ ਹੈ ਨਹੀਂ। ਕਿਹੜੇ ਕਾਨੂੰਨ 'ਚ? ਜਿਹੜੇ ਆ 3 ਕਾਨੂੰਨ, ਉਹ ਤਾਂ ਖਤਮ ਹੀ ਹੋ ਗਿਆ। ਉਹ ਤਾਂ ਖਤਮ ਹੀ ਹੋ ਗਏ, ਉਹ ਕਿੱਥੇ ਬਚੇ ਆ? ਉਹਦੇ 'ਚ ਤਾਂ ਹੁਣ ਤੁਸੀਂ ਭਰਨਾ ਜੋ ਭਰਨਾ। ਫਿਰ ਉਹਨਾਂ ਦੀ, ਚਲੋ ਉਹਨਾਂ ਤੇ ਆ ਜਾਈਏ। ਉਹ ਫਿਰ ਉਹਨਾਂ ਦੀ ਮੰਗ, ਜਿਹੜੇ ਇੰਨੇ ਦਿਨਾਂ ਤੋਂ ਲੱਖਾਂ ਲੋਕ ਬੈਠੇ ਨੇ, ਉਹਨਾਂ ਦੀਆਂ 32 ਆਰਗੇਨਾਈਜੇਸ਼ਨਾਂ ਨੇ, ਪੰਜਾਬ ਦੀਆਂ, ਦੇਸ਼ ਦੀਆਂ ਨੇ 40 ਕੁੱਲ, ਸਾਰੇ ਜਿਹੜੇ ਉਹ ਕਹਿੰਦੇ ਅਸੀਂ 50-50 ਸਾਲਾਂ ਤੋਂ ਸੰਘਰਸ਼ ਕਰਦੇ ਆਉਂਦੇ ਆ, ਤਾਂ ਸਾਡਾ ਕੋਈ ਦਿਮਾਗ ਥੋੜ੍ਹਾ ਪ੍ਰੋਬਲਮ ਹੈ ਵੀ ਅਸੀਂ ਇਹ ਗੱਲ ਮੰਗ ਰੱਖੀਏ ਵੀ ਖੇਤੀ ਕਾਨੂੰਨ ਰੱਦ ਕਰੋ। ਜੇ ਕੋਈ ਦਿੱਕਤ ਹੈ ਤਾਂ ਹੀ ਕਰ ਰਹੇ ਨਾ। ਅਰੇ ਬਾਈ, ਜਦੋਂ ਬਦਲ ਤੇ ਉਹਨਾਂ 'ਚ ਬਚੇ ਹੀ ਕੱਖ ਨਹੀਂ ਹੈ, ਉਹਨਾਂ ਨੇ ਬਣਾਉਣੇ ਆ। ਮੈਂ ਤੁਹਾਨੂੰ ਹੁਣ ਦੱਸ ਕੇ ਤਾਂ ਹਟਿਆ, ਬਾਰ-ਬਾਰ ਉਹੀ ਸਵਾਲ ਮੈਨੂੰ ਕਿਉਂ ਪੁੱਛਦੇ ਹੋ? ਕਾਨੂੰਨ ਤਾਂ ਉਹ ਬਚੇ ਹੀ ਨਹੀਂ। ਬਸ ਇਸੇ ਕਰਕੇ ਪੁੱਛਦੇ ਆ ਵੀ ਰੱਦ ਕਰਨ ਵੱਲ ਕਿਉਂ ਨਹੀਂ ਜਾਂਦੀ ਸਰਕਾਰ, ਇਹ ਪੁੱਛਦੇ ਆ। ਵਿਵਸਥਾ ਲਈ ਕਾਨੂੰਨ ਚਾਹੀਦੇ ਹੁੰਦੇ ਆ, ਉਹ ਜਿਹੋ ਜਿਹਾ ਚਾਹੀਦਾ ਉਹਦੇ ਲਈ ਕਾਨੂੰਨ ਬਣਾ ਲੈਣ, ਉਹਦੇ ਜੋ ਭਰਨਾ ਭਰ ਲੈਣ, ਜੋ ਕੱਢਣਾ ਕੱਢ ਦੇਣ। ਫਿਰ ਉਹ ਕਾਨੂੰਨ ਕਿੱਥੇ ਰਹਿ ਗਿਆ ਜੀ? ਚਲੋ ਸਰਕਾਰ ਸੀਰੀਅਸ ਹੈ। 26ਵਾਂ ਦਿਨ 25ਵਾਂ ਦਿਨ ਹੋ ਗਿਆ ਡੈਥ। ਉਹਨਾਂ ਨੂੰ ਪੱਤਰ ਲਿਖ ਕੇ ਉਹਨਾਂ ਤੋਂ ਪੁੱਛ ਰਹੀ ਹੈ ਸਰਕਾਰ ਕਿ ਕਦੋਂ ਤੁਸੀਂ ਬੈਠਣਾ ਚਾਹੁੰਦੇ ਹੋ। ਨਹੀਂ ਤਾਂ ਸਰਕਾਰਾਂ ਦੱਸਦੀਆਂ ਹੁੰਦੀਆਂ ਕਿ ਅਸੀਂ ਤਾਂ ਇਸ ਟਾਈਮ ਬੈਠਦੇ ਹਾਂ, ਜੇ ਆਉਣਾ ਆ ਜਾਓ, ਨਹੀਂ ਆਉਣਾ ਨਾ ਆਓ। ਇਦੋਂ ਜ਼ਿਆਦਾ ਇੱਜ਼ਤ ਕੀ ਹੋਊਗੀ, ਇਦੋਂ ਜ਼ਿਆਦਾ ਸਤਿਕਾਰ ਕੀ ਹੋਊਗਾ? ਸਰਕਾਰ ਝੁਕੀ ਹੈ। ਲਓ ਜੀ, ਝੁਕਣਾ ਕੀ ਹੁੰਦਾ? ਸਰਕਾਰ ਨੇ ਕਿਸਾਨ ਸਰਕਾਰ ਦਾ, ਸਰਕਾਰ ਕਿਸਾਨਾਂ ਦੀ, ਤੇ ਝੁਕਣ ਦੀ ਕੀ ਗੱਲ ਆ? ਆਪਣੇ ਸਾਹਮਣੇ ਕੀ ਝੁਕਣਾ? ਸਰਕਾਰ ਤਾਂ ਉਹਨਾਂ ਦੀ ਸੇਵਕ ਆ। ਤੁਸੀਂ ਬਾਰ-ਬਾਰ ਬਿਆਨ ਦਿੰਦੇ ਰਹੇ ਹੋ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਤੁਸੀਂ ਹੋ ਉਸੇ ਗੱਲ ਤੇ ਅੱਜ ਵੀ। ਅਰੇ ਬਾਈ, ਵਿਵਸਥਾ ਲਈ ਕਾਨੂੰਨ ਚਾਹੀਦੇ ਹੁੰਦੇ ਆ, ਵਿਵਸਥਾ ਚਲਾਉਣ ਲਈ ਚਾਹੀਦਾ। ਮੈਂ ਤੁਹਾਨੂੰ ਦੱਸ ਕੇ ਤਾਂ ਹਟਿਆ। ਉਹਦੇ 'ਚ ਰੱਦ ਕਰਕੇ ਵਿਵਸਥਾ ਕਿਵੇਂ ਚੱਲੂਗੀ? ਕਾਨੂੰਨ ਤਾਂ ਬਣੂਗਾ, ਪਰ ਕਾਨੂੰਨ ਜਿਹੜਾ ਕਿਸਾਨ ਚਾਹੇ ਉਹ ਬਣਾ ਲੇ। ਕਾਨੂੰਨ ਤਾਂ ਬਣਨੇ ਹੀ ਨੇ। ਵਿਵਸਥਾ ਕਾਨੂੰਨ ਤੋਂ ਬਿਨਾਂ ਕਿੱਦਾਂ ਚੱਲ ਸਕਦੀ? ਤੁਸੀਂ ਪੱਤਰਕਾਰ ਨੂੰ, ਤੁਸੀਂ ਮੈਨੂੰ ਸਵਾਲ ਦਾ ਜਵਾਬ ਦੇ ਦਿਓ। ਮੈਂ ਤੁਹਾਨੂੰ ਸਵਾਲ ਕਰਦਾ ਕਿ ਵਿਵਸਥਾ ਕਾਨੂੰਨਾਂ ਤੋਂ ਬਿਨਾਂ ਹੁਣ 307 ਸਿਰ ਦੀ ਸੱਟ ਤੇ ਲੱਗੂ ਜਾਂ ਗਿੱਟੇ ਦੀ ਸੱਟ ਤੇ ਲੱਗੂਗੀ, ਇਹ ਤੈਅ ਹੋ ਸਕਦਾ। ਉਹਦੇ 'ਚ ਇਹ ਬਦਲਾਅ ਹੋ ਸਕਦਾ। ਇਹ ਖਦਸ਼ੇ ਨੇ ਗਰੇਵਾਲ ਸਾਹਿਬ ਕਿ ਜਿਹੜਾ ਸਟੋਰੇਜ ਹੈ, ਹੁਣ ਉਹ ਕਹਿੰਦੇ ਨੇ ਕਿ ਸਟੋਰੇਜ ਜਦੋਂ ਬਹੁਤ ਵੱਡੇ ਪੱਧਰ ਤੇ ਹੋ ਜੂਗੀ ਤਾਂ ਜਿਹੜੀ ਚੀਜ਼ ਹੈ ਉਹਦੇ ਭਾਅ ਦੁੱਗਣੇ ਤਿੱਗਣੇ ਚੌਗਣੇ ਕਰਕੇ ਵੇਚਣਗੇ ਕਾਰਪੋਰੇਟਸ, ਜਾਂ ਇਹ ਵੀ ਕਿਹਾ ਜਾ ਰਿਹਾ ਹੈ ਜਮਾਖੋਰੀ ਜਦੋਂ ਵੱਧਦੀ ਹੈ ਤਾਂ ਰੇਟ ਤਾਂ ਵੱਧਦੇ ਨੇ ਨਾ। ਅਰੇ ਭਾਈ, ਉਹ ਆਪਣੇ ਵੇਅਰ ਹਾਊਸਸ ਬਣਾ ਲੈਣ, ਆਪਣੀਆਂ ਕੋਆਪਰੇਟਿਵ ਬਣਾ ਲੈਣ, ਉਹਨਾਂ ਕਾਨੂੰਨਾਂ 'ਚ ਉਹ ਭਰ ਲੈਣ, ਠੀਕ ਹੈ ਨਾ। ਹੋਰ ਕੋਈ ਖਰੀਦ ਨਾ ਸਕੇ, ਕੋਆਪਰੇਟਿਵ ਵੀ ਉਹਨੂੰ ਖਰੀਦ ਸਕਣ, ਤੇ ਕਿਸ ਤਰ੍ਹਾਂ ਦੀ ਵਿਵਸਥਾ ਬਣਾਉਣੀ ਉਹ ਬਣਾ ਲੈਣ। ਜੇ ਉਹਨਾਂ ਕੋਲ ਸੂਝ-ਬੂਝ ਹੈਗੀ ਆ, ਉਹ ਸਰਕਾਰ ਦੇ ਜਿਹੜੇ ਐਕਸਪਰਟ ਨੇ ਉਹਨਾਂ ਨਾਲ ਬੈਠ ਕੇ ਬਣਾ ਲੈਣ, ਤੇ ਉਹਨਾਂ ਨੂੰ ਕੋਈ ਰੋਕਦਾ ਹੈਗਾ? ਉਹਨਾਂ ਨੂੰ ਖੁੱਲ੍ਹ ਹੀ ਦਿੱਤੀ ਹੁਣ ਤਾਂ। ਹੁਣ ਇਹਦੇ 'ਚ ਸਵਾਲ ਜਵਾਬ ਕਿੱਥੋਂ ਰਹਿ ਗਿਆ? ਠੀਕ ਹੈ। ਜਿਹੜੀ ਹੁਣ ਤੱਕ ਗੱਲ ਹੁੰਦੀ ਰਹੀ ਹੈ ਕਿ ਜਿਹੜੇ ਪ੍ਰੋਟੈਸਟ ਦੇ ਵਿੱਚ ਨੇ ਸ਼ਾਮਲ ਨੇ, ਉਹ ਦਲਾਲ ਨੇ, ਉਹ ਵਿਚੋਲੀਏ ਨੇ, ਉਹ ਸਿਆਸਤਦਾਨ ਨੇ, ਪਰ ਉਹ ਵਿਚੋਲੀਆਂ ਦੀ ਗੱਲ ਉਹ ਹੁੰਦੀ ਰਹੀ ਹੈ ਕਿ ਜਿਹੜੇ ਲੋਕ MSP ਦੇਰ ਨਾਲ ਅਨਾਉਂਸ ਹੋਟਲ 400 ਰੁਪਏ ਕੁਇੰਟਲ ਘੱਟ ਤੇ ਕੀਮਤ ਤੇ, MSP ਤੋਂ ਘੱਟ ਕੀਮਤ ਤੇ ਅਨਾਜ ਵੇਚ ਜਾਂਦਾ ਸੀ, ਉਹ ਕੌਣ ਖਰੀਦਦੇ ਸੀ? ਪੋਲੀਟੀਸ਼ੀਅਨ ਜੀ। ਸਰਕਾਰ ਨੇ ਵੀ ਕਿਹਾ ਸੀ ਕਿ ਹਜ਼ਾਰਾਂ ਕਰੋੜ ਦੀ ਲੁੱਟ ਹੁੰਦੀ ਹੈ। ਉਹਨੂੰ ਸਾਰੀਆਂ ਪਾਰਟੀਆਂ ਮੰਨਦੀਆਂ ਨੇ, ਉਹਨੂੰ ਸਾਰੇ ਲੋਕ ਮੰਨਦੇ ਨੇ। ਤੇ ਜੇ ਇਹ BJP ਨੇ ਕਹਤਾ ਵੀ ਇਹ ਬੰਦ ਹੋਣੀ ਚਾਹੀਦੀ ਹੈ, ਉਹ ਵਿਚੋਲੀਏ ਖਤਮ ਹੋਣੇ ਚਾਹੀਦੇ ਆ, ਉਹ ਪੋਲੀਟੀਸ਼ੀਅਨਾਂ ਨੂੰ ਦਰਦ ਹੋ ਗਿਆ,
ਉਹ ਬਿਊਰੋਕਰੇਟ ਨੂੰ ਦਰਦ ਹੋ ਗਿਆ ਕਿ ਅਸੀਂ ਤਾਂ ਮਾਰੇ ਗਏ ਵੀ, ਇਹ ਸਰਕਾਰ ਤਾਂ ਸਾਡੇ ਹੀ ਪਿੱਛੇ ਪੈ ਗਈ। ਉਹ ਸਾਰਿਆਂ ਨੇ ਮਿਲ ਮਿਲਾ ਕੇ ਸਰਕਾਰ ਦੇ ਖਿਲਾਫ ਇੱਕ ਇਦਾਂ ਦਾ ਬਵੰਡਰ ਖੜਾ ਕਰਾਤਾ, ਇਹਨਾਂ ਨੂੰ ਗੁੰਮਰਾਹ ਕਰਕੇ ਕਿ ਭਾਈ ਸਰਕਾਰ ਤਾਂ ਤੁਹਾਡੀ ਦੁਸ਼ਮਣ ਹੈ। ਸਰਕਾਰ ਦੁਸ਼ਮਣ ਨਹੀਂ ਹੈ, ਸਰਕਾਰ ਤਾਂ ਇਹ ਕਹਿੰਦੀ ਹੈ ਵੀ ਕਿਸਾਨੋ ਤੁਸੀਂ ਆਪਣਾ ਕਾਨੂੰਨ ਖੁਦ ਬਣਾ ਲਓ, ਤੇ ਉਹਦੇ 'ਚ ਕਾਨੂੰਨ ਨੂੰ ਰੱਦ ਕਰਨ ਵਾਲੀ ਜਾਂ ਕਾਨੂੰਨ ਨੂੰ ਬਣਾਉਣ ਵਾਲੀ ਤਾਂ ਕੋਈ ਗੱਲ ਹੁਣ ਬਚੀ ਨਹੀਂ। ਠੀਕ ਹੈ, ਸਾਰਾ ਚੇਂਜ ਹੋ ਸਕਦਾ, ਉਹਨਾਂ ਨੇ ਕਰਨਾ, ਅਸੀਂ ਕੀ ਕਰਨਾ। ਠੀਕ ਹੈ, ਇੱਕ ਸਵਾਲ ਹੈ ਕਿ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਮੰਗ ਹੋ ਰਹੀ ਹੈ ਕਿ 23 ਜਿਣਸਾਂ ਤੇ ਐਮਐਸਪੀ ਮਿਲਦੀ ਹੈ, ਪਰ ਭਾਅ ਜ਼ਰੂਰ ਮਿੱਥੇ ਜਾਂਦੇ ਨੇ, ਮਿਲਦੀ ਨਹੀਂ ਹੈਗੀ। ਹਾਂਜੀ, ਸਿਰਫ 23 ਤੇ ਹੈ ਐਮਐਸਪੀ, ਪਰ 2 ਹੀ ਫਸਲਾਂ ਦੀ ਖਰੀਦ ਹੁੰਦੀ ਹੈ, ਕਣਕ ਦੇ ਝੋਨੇ ਔਰ 23 ਰਾਜਾਂ 'ਚ ਝੋਨਾ ਹੁੰਦਾ, 10 ਰਾਜਾਂ 'ਚ ਕਣਕ ਹੁੰਦੀ ਹੈ, ਪਰ 2 ਰਾਜਾਂ 'ਚ ਹੀ ਇਹ ਖਰੀਦ ਹੁੰਦੀ ਹੈ। ਔਰ 78 ਮਿਲੀਅਨ ਟਨ ਦੀ 6% ਖਰੀਦ ਹੋਊ। ਸਰਕਾਰ 78 ਮਿਲੀਅਨ ਦੀ ਕਰ ਸਕਦੀ ਹੈ, ਉਸ ਤੋਂ ਜ਼ਿਆਦਾ ਨਹੀਂ ਕਰ ਸਕਦੀ। ਘਾਟੇ 'ਚ ਰਹੂਗਾ ਪੰਜਾਬ। ਲਓ, ਪੰਜਾਬ 'ਚ ਤਾਂ ਕਿਸਾਨ ਆਤਮ ਹੱਤਿਆ ਕਰਨ ਲੱਗ ਜੂਗਾ, ਔਰ ਕੱਲ ਨੂੰ ਇਹ ਜਿਹੜੇ ਜਥੇਬੰਦੀਆਂ ਵਾਲੇ ਨਾ, ਇਹਨਾਂ ਦੇ ਕਿਸਾਨ ਪੱਥਰ ਮਾਰਿਆ ਕਰੂਗਾ, ਇਹਨਾਂ ਨੂੰ ਲੱਭਿਆ ਕਰੂਗਾ, ਲੱਭ ਲਓ ਕਿੱਥੇ ਆ। ਜਿਵੇਂ ਅੱਜ ਸਾਨੂੰ ਗਾਲਾਂ ਪੈਂਦੀਆਂ ਨੇ ਨਾ, ਉਹ ਗਾਲਾਂ ਉਦੋਂ 10,000 ਗੁਣਾ ਜ਼ਿਆਦਾ ਇਹਨਾਂ ਨੂੰ ਪੈਣੀਆਂ ਨੇ ਜੇ ਇਹੋ ਜਿਹੇ ਕੰਮ ਕਰਨਗੇ। ਇਸ ਬਣਨਾ ਚਾਹੀਦਾ ਐਮਐਸਪੀ ਦਾ ਖੇਤੀ ਕਾਨੂੰਨ। ਐਮਐਸਪੀ ਤੇ ਇਹ ਐਡਮਿਨਿਸਟ੍ਰੇਟਿਵ ਆਰਡਰ ਆ, ਇਹਦੇ ਤੇ ਐਡਮਿਨਿਸਟ੍ਰੇਟਿਵ ਗਾਰੰਟੀ ਲੈ ਲੈਣ, ਸਰਕਾਰ ਤੋਂ ਗਾਰੰਟੀ ਲੈ ਲੈਣ। ਪ੍ਰਧਾਨ ਮੰਤਰੀ ਬੋਲੀ ਜਾਂਦੇ ਆ, ਸਰਕਾਰ ਲਿਖ ਕੇ ਦੇਣ ਨੂੰ ਤਿਆਰ ਆ, ਗਾਰੰਟੀ ਦੇਣ ਨੂੰ ਤਿਆਰ ਆ। ਹੋਰ ਕੀ ਚਾਹੀਦਾ ਕਿ ਐਮਐਸਪੀ ਜਾਰੀ ਹੈ, ਜਾਰੀ ਰਹੂਗੀ, ਇਹ ਖਰੀਦ ਜਿਹੜੀ ਹੈ ਪੀਡੀਐਸ ਲਈ ਜਾਰੀ ਰਹੂਗੀ। ਪਰ ਉਹ ਕਹਿੰਦੇ ਅਸੀਂ ਲਿਖਤੀ ਜਾਂ ਅਸੀਂ ਜਵਾਨੀ ਤੇ ਵਿਸ਼ਵਾਸ ਨਹੀਂ ਕਰਦੇ, ਕਾਨੂੰਨ ਬਣਨਾ। ਕਾਨੂੰਨ ਬਣਵਾ ਲਓ, ਫਿਰ ਪੰਜਾਬ ਦਾ ਨਾਸ ਮਾਰ ਦਿਓ, ਪੰਜਾਬ ਦੇ ਕਿਸਾਨ ਦਾ ਨੁਕਸਾਨ ਹੋਊਗਾ। ਤੇ ਤੁਹਾਨੂੰ ਮੈਂ ਦੱਸੀ ਤਾਂ ਜਾਂਦਾ ਯਾਰ, ਤੁਸੀਂ ਪੜ੍ਹੇ ਲਿਖੇ ਬੰਦੇ ਹੋ। ਕੋਟਾ ਡਿਸਾਈਡ ਹੋ ਜਾਊਗਾ ਸਿਰਫ ਵੀ ਇੰਨਾ ਪੰਜਾਬ ਚੋਂ ਖਰੀਦਣਾ, ਇੰਨਾ ਬਿਹਾਰ ਚੋਂ। ਜਦੋਂ ਕਾਨੂੰਨ ਬਣਾ ਲਿਆ ਸਭ ਤੇ ਇਕੁਅਲ ਲਾਗੂ ਹੋਊਗਾ ਦੇਸ਼ ਭਰ 'ਚ। ਇਹ ਪੰਜਾਬ ਜਾਂ ਹਰਿਆਣਾ ਲਈ ਕਿਉਂ ਆ ਕਿ ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਕੀਤਾ। ਜਦੋਂ PL 480 ਬਾਹਰੋਂ ਮੰਗਵਾਉਂਦੇ ਸੀ ਤੇ ਸਾਨੂੰ ਅਨਾਜ ਲਈ ਭੀਖ ਮੰਗਣੀ ਪੈਂਦੀ ਸੀ, ਸਾਡੇ ਪ੍ਰਧਾਨ ਮੰਤਰੀ ਨੇ ਉਸ ਵੇਲੇ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਕਿ ਇੱਕ ਟਾਈਮ ਦਾ ਵਰਤ ਰੱਖੋ ਸਾਰੇ ਦੇਸ਼ ਵਾਸੀ, ਸਾਰਿਆਂ ਨੂੰ ਰੱਖਣਾ ਪਿਆ, ਅਨਾਜ ਦੀ ਇੰਨੀ ਕਿੱਲਤ ਸੀ। ਇੱਥੇ ਗ੍ਰੀਨ ਰੈਵੋਲੂਸ਼ਨ ਪੰਜਾਬ ਦੇ ਕਿਸਾਨ ਨੇ ਕਰਕੇ ਦੇਸ਼ ਦਾ। ਜਥੇਬੰਦੀ ਦੇ ਆਗੂ ਕਹਿੰਦੇ ਨੇ, ਮੀਡੀਆ ਦੇ ਵਿੱਚ ਵੀ ਕਹਿੰਦੇ ਨੇ ਕਿ ਜਿੰਨੀ ਵਾਰ ਸਾਡੀਆਂ ਮੀਟਿੰਗਾਂ ਹੋਈਆਂ ਅਸੀਂ ਨਿਰੁੱਤਰ ਕੀਤਾ ਏ, ਉਹਨਾਂ ਦੇ ਸਾਰੀਆਂ ਗੱਲਾਂ ਮੰਨ ਲਈਆਂ, ਸਭ ਕੁਝ ਉਹਨਾਂ ਦੇ ਹੱਕ 'ਚ ਹੋ ਗਿਆ। ਔਰ ਪਹਿਲੀ ਵਾਰ ਕਿਸਾਨ ਲੌਬੀ ਦੇਸ਼ ਦੇ ਅੰਦਰ ਇੰਨੀ ਮਜ਼ਬੂਤ ਹੋਈ ਹੈ। ਮੈਂ ਵੀ ਕਿਸਾਨ ਪਰਿਵਾਰ 'ਚੋਂ, ਮੈਂ ਇਸ ਚੀਜ਼ ਤੇ ਖੁਸ਼ ਹਾਂ, ਇਹ ਨਹੀਂ ਗੱਲ ਹੈ। ਬੀਜੇਪੀ ਵੀ ਖੁਸ਼ ਆ, ਨਹੀਂ ਤਾਂ ਕਾਂਗਰਸ ਹਮੇਸ਼ਾ ਕਿਸਾਨਾਂ ਨੂੰ ਜਾਤੀ ਵਰਗ ਧਰਮ 'ਚ ਵੰਡਦੀ ਸੀ, ਮਜ਼ਦੂਰਾਂ ਦੀ ਹੁੰਦੀ ਸੀ, ਟ੍ਰੇਡਰਸ ਦੀ ਹੁੰਦੀ ਸੀ, ਕਿਸਾਨ ਲੌਬੀ ਕਿਤੇ ਨਹੀਂ ਸੀ। ਇਸੇ ਕਰਕੇ ਕਿਸਾਨ ਦਾ ਨੁਕਸਾਨ ਹੁੰਦਾ ਰਿਹਾ। ਪਹਿਲੀ ਵਾਰ ਇੰਨੀ ਮਜ਼ਬੂਤ ਹੋਈ ਹੈ, ਉਹ ਸਕਸੈਸਫੁਲ ਹੋ ਜਾ ਰਹੇ ਆ, ਤੇ ਉਹ ਇਸ ਨੂੰ ਸਕਸੈਸਫੁਲ ਹੀ ਰਹਿਣ ਦੇਣ। ਹੁਣ ਜੇ ਇਹ ਲੌਬੀ ਫੇਲ ਹੋਊਗੀ, ਇਹ ਅੰਦੋਲਨ ਫੇਲ ਹੋਊਗਾ, ਅੰਦੋਲਨ ਦੀ ਗੱਲ ਪੂਰੀ ਨਹੀਂ ਹੋਊਗੀ, ਤਾਂ ਉਹਦੇ ਲਈ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਇਹ ਰਿਸਪੌਂਸੀਬਲ ਹੋਣਗੀਆਂ। ਇਹ ਸਮਝਦਾਰੀ ਤੋਂ ਕੰਮ ਲੈਣ। ਇਸ ਵੇਲੇ ਸਕਸੈਸ ਹੋ ਗਈ ਹੈ, ਸਰਕਾਰ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨਦੀ ਹੈ, ਉਹ ਮਨਵਾ ਕੇ ਖੁਸ਼ੀ-ਖੁਸ਼ੀ ਆਪਦੇ ਘਰ ਜਾਣ। ਉਹ ਜਿਹੜੇ ਕਿਸਾਨ ਭੋਲੇ ਭਾਲੇ ਸੜਕਾਂ ਤੇ ਬਿਠਾਏ ਆ, ਉਹਨਾਂ ਤੇ ਹੁਣ ਰਹਿਮ ਕਰਨ। ਠੀਕ ਹੈ, ਤੁਹਾਡੇ ਬਾਰੇ ਬਹੁਤ ਮਾੜਾ ਚੰਗਾ ਬੋਲਿਆ ਜਾ ਰਿਹਾ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਬਾਰੇ ਬਹੁਤ ਕਿਹਾ ਜਾ ਰਿਹਾ ਕਿ ਤੁਸੀਂ ਸਾਡੇ ਉਲਟ ਹੋ ਗਏ, ਕਿਸਾਨਾਂ ਦੇ ਉਲਟ ਹੋ ਗਏ, ਪੰਜਾਬੀ ਹੋ ਕੇ ਉਲਟ ਹੋ ਗਏ, ਸਿੱਖ ਹੋ ਕੇ ਉਲਟ ਹੋ ਗਏ? ਦੇਖੋ, ਗੱਲ ਇਹ ਹੈ, ਜਦੋਂ ਮੈਨੂੰ ਸਰਕਾਰ ਤੋਂ ਇਹ ਗੱਲ ਆਉਂਦੀ ਹੈ, ਮੈਂ ਪਾਰਟੀ ਦਾ ਬੁਲਾਣਾ। ਸਰਕਾਰ ਤੋਂ ਇਹ ਗੱਲ ਆਉਂਦੀ ਹੈ, ਮੇਰੀ ਪਾਰਟੀ ਤੋਂ ਆਉਂਦੀ ਹੈ, ਕਾਨੂੰਨ ਵਾਪਸ ਨਹੀਂ ਹੋਣੇ। ਮੈਂ ਜਾ ਕੇ ਕਿਸਾਨਾਂ ਨਾਲ ਝੂਠ ਬੋਲਾਂ? ਜੇ ਮੈਂ ਝੂਠ ਬੋਲਾਂ ਤਾਂ ਕਿਸਾਨ ਨਾਲ ਗੁਨਾਹ ਕਰ ਰਿਹਾ, ਜੇ ਸੱਚ ਬੋਲਾਂ ਤਾਂ ਕਿਸਾਨ ਹੀ ਗਾਲਾਂ ਕੱਢ ਰਿਹਾ। ਠੀਕ ਹੈ, ਤੁਸੀਂ ਹੱਕ ਚੋਂ ਕਿਸਾਨਾਂ ਦੇ ਪੂਰੀ ਤਰ੍ਹਾਂ। ਲਓ ਜੀ, ਇੰਨੇ ਦਿਨਾਂ ਦੇ ਇੱਥੇ ਹੋਰ ਧੱਕੇ ਕਿਉਂ ਖਾ ਰਹੇ ਆ? ਕਿਸਾਨ ਦੇ ਹੱਕ 'ਚ ਤਾਂ ਹੀ ਆ। ਮੈਂ ਤੁਹਾਨੂੰ ਕਿਹਾ ਨਹੀਂ ਕਿ ਕਿਸਾਨ ਲੌਬੀ ਪਹਿਲੀ ਵਾਰ ਸਕਸੈਸ ਹੋਈ ਹੈ, ਤੇ ਮੈਨੂੰ ਇੱਥੇ ਬਹੁਤ ਖੁਸ਼ੀ ਹੈ। ਕਹਿੰਦੇ ਕੋਈ ਲਾਲਚ ਹਰਜੀਤ ਸਿੰਘ ਗਰੇਵਾਲ ਨੂੰ ਵੱਡਾ ਪੋਲੀਟੀਸ਼ੀਅਨ ਬਣਨ ਦਾ, MLA MP ਬੀਜੇਪੀ ਦੀ ਹਿਸਟਰੀ 'ਚ ਰਾਸ਼ਟਰੀ ਪਦਾਧਿਕਾਰੀ, ਰਾਸ਼ਟਰੀ ਮੰਤਰੀ ਬਣਿਆ। ਮੈਂ ਤਾਂ ਪਹਿਲਾਂ ਹੀ ਹੈਗਾ, ਮੈਨੂੰ ਵੱਡਾ ਬਣਨ ਦਾ ਕੋਈ ਸ਼ੌਕ ਨਹੀਂ ਹੈ। ਮੇਰੀ ਪਾਰਟੀ ਨੇ ਮੈਨੂੰ ਬਹੁਤ ਬੜਾ ਬਣਾ ਰੱਖਿਆ, ਮੇਰੇ ਸੰਗਠਨ ਨੇ ਮੈਨੂੰ ਬਹੁਤ ਬੜਾ ਬਣਾ ਰੱਖਿਆ। ਮੈਨੂੰ ਆਪਦੇ ਸੰਗਠਨ ਤੇ, ਆਪਦੇ ਵਿਚਾਰ ਤੇ ਫਖਰ ਆ। ਮੈਂ ਉਸ ਵਿਚਾਰ ਨੂੰ ਨਹੀਂ ਛੱਡ ਸਕਦਾ। ਜੇ ਕੋਈ ਕਹੇ ਕਿ ਇਹਨੂੰ ਡਰਾ ਕੇ ਛਡਵਾ ਲਾਂਗੇ ਜਾਂ ਇਹਨੂੰ ਧਮਕਾ ਕੇ ਛਡਵਾ ਲਾਂਗੇ, ਮੈਂ BJP ਦਾ ਹੈਗਾ, RSS ਦਾ ਹੈਗਾ, ਮੈਂ ਉਹਦੇ 'ਚ ਹੀ ਰਹਿਣਾ। RSS ਦੇ ਵੀ ਹੋ ਤੁਸੀਂ? ਮੈਂ ਹੈਗਾ, ਕਿਉਂ ਨਹੀਂ ਹੈਗਾ? ਮੈਨੂੰ ਫਖਰ ਆ ਉਸ ਤੇ ਕਿ ਮੈਂ ਸਵੈਂ ਸੇਵਕ ਹਾਂ। RSS ਤੇ ਬਹੁਤ ਸਵਾਲ ਉੱਠਦੇ ਨੇ ਨਾ। ਐਵੇਂ ਉਠਾਉਂਦੇ ਆ ਲੋਕ, ਉਠਾਈ ਜਾਣ, ਆਪੇ ਪਸਤ ਹੁੰਦੇ ਆ ਸਾਰੇ। ਇਹ ਦੁਨੀਆ ਦਾ ਸਭ ਤੋਂ ਬੜਾ ਸਮਾਜਿਕ ਸੰਗਠਨ ਹੈ। ਇਹ ਕਿਸੇ ਦਾ ਬੁਰਾ ਨਹੀਂ ਕਰਦਾ, ਦੇਸ਼ ਦੇ ਭਲੇ ਲਈ ਕੰਮ ਕਰਦਾ, ਅਨੁਸ਼ਾਸਨ ਲਈ ਕੰਮ ਕਰਦਾ, ਮਾਨਵ ਨਿਰਮਾਣ ਦਾ ਕੰਮ ਕਰਦਾ। ਇਹ ਤਾਂ ਲੋਕਾਂ ਨੂੰ ਐਵੇਂ ਵਹਿਮ ਹੋਏ ਆ, ਕਾਂਗਰਸ ਦਾ ਕੰਮ ਆ ਇਹ ਸਾਰਾ। ਜਿਹੜੇ ਤੁਹਾਡੇ ਬਾਰੇ ਬੁਰਾ ਚੰਗਾ ਬੋਲਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਤਾਂ ਉਹਨਾਂ ਨੂੰ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਸਿੱਧੇ ਰਸਤੇ ਲਾ ਕੇ ਰੱਖਣ ਤੇ ਮੈਨੂੰ ਗਾਲਾਂ ਕੱਢਦੇ ਰਹਿਣ ਤੇ ਮੈਂ ਸਿੱਧੇ ਕੰਮ ਕਰਾਂ। ਇਸੇ ਕਰਕੇ ਮੈਂ ਉਹਨਾਂ ਦਾ ਧੰਨਵਾਦੀ ਹਾਂ। ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਮੁਬਾਰਕ। ਬੋਝ ਤਾਂ ਨਹੀਂ ਤੁਹਾਡੇ? ਮੇਰੇ ਤੇ ਕੋਈ ਬੋਝ ਨਹੀਂ, ਕੋਈ ਡਰ ਨਹੀਂ, ਕੋਈ ਭੈ ਨਹੀਂ, ਕੋਈ ਬੋਝ ਨਹੀਂ, ਕਿਉਂਕਿ ਪਿੰਡਾਂ 'ਚ ਨਹੀਂ ਵੜਨ ਦੇਣਾ ਤੁਹਾਨੂੰ। ਆਓ ਸਹੀ ਪੰਜਾਬ ਤੋਂ। ਮੈਂ ਪਿੰਡਾਂ ਦਾ ਰਹਿਣ ਵਾਲਾ, ਮੈਨੂੰ ਕਿਹੜਾ ਰੋਕ ਲੂਗਾ? ਗੱਲ ਉਹ ਨਹੀਂ ਹੈ। ਗੁਰੂ ਨਾਨਕ ਨੇ ਕਿਹਾ, ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮੈਂ ਸੱਚੀ ਗੱਲ ਕਰਨਾ, ਸੱਚ ਦੇ ਰਾਹ ਤੇ ਚੱਲਦਾ। ਇਸ ਕਰਕੇ ਮੈਨੂੰ ਇਹਨਾਂ ਤੋਂ ਕੋਈ ਡਰ ਨਹੀਂ। ਬਾਬੇ ਨਾਨਕ ਦਾ ਆਸ਼ੀਰਵਾਦ। ਤੁਸੀਂ ਮਸਲਾ ਹੱਲ ਕਰਾਓਗੇ? ਮਸਲਾ ਹੱਲ ਵੈਸੇ ਸਰਕਾਰ ਨਹੀਂ ਕਰਤਾ, ਮੈਂ ਉਹਦੇ 'ਚ ਕੀ ਕਰਾਉਣਾ ਯਾਰ? ਮੇਰੇ ਕੋਲ ਕੀ ਤਾਕਤ? ਮੀਡੀਏਟਰ ਹੋ ਵਿੱਚੋਂ ਤੁਸੀਂ?
ਭਈ ਅਸੀਂ ਤਾਂ ਪ੍ਰਾਰਥਨਾ ਹੀ ਕਰ ਸਕਦੇ ਹਾਂ ਨਾ, ਕਿਸਾਨਾਂ ਨੂੰ ਵੀ ਕਰ ਸਕਦੇ ਹਾਂ, ਸਰਕਾਰ ਨੂੰ ਵੀ ਕਰ ਸਕਦੇ ਹਾਂ। ਪ੍ਰਾਰਥਨਾ ਕਰ ਰਹੇ ਹਾਂ, ਹੋਰ ਸਾਡਾ ਕੋਈ ਹੁਕਮ ਚੱਲਦਾ। ਠੀਕ ਹੈ, ਬਹੁਤ ਧੰਨਵਾਦ ਹਰਜੀਤ ਸਿੰਘ ਗਰੇਵਾਲ, ਸਮਾਂ ਦੇਣ ਲਈ ਬਹੁਤ ਧੰਨਵਾਦ। ਤਾਂ ਗੱਲਬਾਤ ਹਰਜੀਤ ਸਿੰਘ ਗਰੇਵਾਲ ਹੋਰਾਂ ਨਾਲ ਕੀਤੀ ਹੈ। ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਸੰਸ਼ੋਧਨ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਅਮੈਂਡਮੈਂਟਸ ਜਿੰਨੀਆਂ ਮਰਜ਼ੀ ਕਰਵਾ ਲਓ, ਜਿਹੜੀਆਂ ਮਰਜ਼ੀ ਲਾਈਨਾਂ ਬਦਲਾ ਲਓ, ਕਾਨੂੰਨ ਆਪਣੇ ਮੁਤਾਬਕ ਬਣਾ ਲਓ, ਬਣ ਜਾਣਗੇ। ਸਰਕਾਰ ਕਹਿ ਰਹੀ ਹੈ, ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਅੜੀਆਂ ਛੱਡ ਕੇ ਹਰ ਗੱਲ ਜਿਹੜੀ ਹੈ ਕਿਸਾਨਾਂ ਦੀ ਮੰਨਣ ਲਈ ਤਿਆਰ ਹੈ ਸਰਕਾਰ, ਤੇ ਮਨਵਾ ਕੇ